ਸਾਰਿਆਂ ਨੂੰ ਜੀ ਇਸਤਕਬਾਲ ਹੈ। ਆਓ ਜੀ ਸੁਖਮਨੀ ਸਾਹਿਬ ਦੀ ਜਿਹੜੀ ਅਸੀਂ ਲੜੀ ਤੋਰੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਇਹ ਮੁਕੱਦਸ ਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਜਿੱਥੇ ਇਹ ਬਾਣੀ ਹਰ ਇੱਕ ਗੁਰੂ ਕਾ ਸਿੱਖ ਤਕਰੀਬਨ ਇਸ ਧਰਤੀ 'ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਸਤਕਬਾਲ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ਼ੋਈ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹਦਾ ਹੈ। ਕੱਲ੍ਹ ਅਸੀਂ ਜਿੱਥੇ ਛੱਡਿਆ ਸੀ ਉਹ ਅਸੀਂ 5 ਪਦੇ ਪੂਰੇ ਕੀਤੇ ਸੀ। ਅੱਜ 6ਵੇਂ ਪਦੇ ਤੋਂ ਅਸੀਂ ਆਰੰਭਤਾ ਕਰਨੀ ਹੈ ਜੀ। ਉਹ ਪਦੇ ਦੀ ਆਰੰਭਤਾ ਹੈ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਦੱਸਦੇ ਨੇ ਕਿ ਸਿਮਰਨ ਕਰਨ ਵਾਲਾ ਜਿਹੜਾ ਪ੍ਰਭੂ ਦੀ ਬੰਦਗੀ ਇਬਾਦਤ ਦੇ ਵਿੱਚ ਜੁੜਦਾ ਹੈ ਉਹਦੇ ਅੰਦਰ ਪਰਉਪਕਾਰ ਆ ਜਾਂਦਾ ਹੈ। ਇਹ ਨਹੀਂ ਕਿ ਪਹਿਲਾਂ ਪਰਉਪਕਾਰ ਕਰਾਂਗੇ ਅਤੇ ਤਾਂ ਅਸੀਂ ਸਿਮਰਨ ਸ਼ੁਰੂ ਕਰਾਂਗੇ, ਨਾ, ਇਹ ਕਦੀ ਵੀ ਪੋਸੀਬਲ ਨਹੀਂ ਹੈ। ਅਸਲ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਹੀ ਸਮਝਾਉਂਦੇ ਆ, ਜਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹੀ ਸਮਝਾਉਂਦੀ ਹੈ ਕਿ ਭਾਈ ਇੱਕ ਕੰਮ ਕਰੋ, ਤੁਸੀਂ ਪਹਿਲਾਂ ਬੰਦਗੀ ਇਬਾਦਤ ਸ਼ੁਰੂ ਕਰੋ। ਬਾਕੀ ਜਿਹੜੀ ਵਿਕਾਰ ਵਾਲੀ ਗੱਲ ਹੈ, ਬਾਕੀ ਜਿਹੜੀ ਮਨ ਦੀ ਮੈਲ ਹੈ, ਮਨ ਦੀ ਜਿਹੜੀ ਅਚਨਚੇਤ ਬਿਰਤੀ ਹੈ, ਮਨ ਦਾ ਜਿਹੜਾ ਮੈਲਾਪਨ ਹੈ, ਉਹ ਆਪੇ ਸਹਿਜ ਰੂਪ 'ਚ ਆਏਗਾ। ਇਹ ਕਦੀ ਵੀ ਨਹੀਂ ਹੋ ਸਕਦਾ ਕਿ ਪਹਿਲਾਂ ਅਸੀਂ ਝੂਠ ਬੋਲਣਾ ਛੱਡੀਏ ਤਾਂ ਅਸੀਂ ਵਾਅਦਾ ਕਰਾਂਗੇ ਤਾਂ ਕਿ ਅਸੀਂ ਸਿਮਰਨ ਕਰਨਾ ਸ਼ੁਰੂ ਕਰਾਂਗੇ। ਪਹਿਲਾਂ ਅਸੀਂ ਫਲਾਣਾ ਵਿਕਾਰ ਛੱਡੀਏ ਅਤੇ ਤਾਂ ਅਸੀਂ ਸਿਮਰਨ ਸ਼ੁਰੂ ਕਰਾਂਗੇ। ਨਹੀਂ ਜੀ, ਅਸੀਂ ਜੇ ਇਹ ਬੱਜਰ ਪਾਪ ਕਰਦੇ ਹਾਂ, ਅਸੀਂ ਤਾਂ ਸੁਖਮਨੀ ਸਾਹਿਬ ਦਾ ਗੁਟਕਾ ਫੜ ਹੀ ਨਹੀਂ ਸਕਦੇ। ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਕਿ ਭਲਿਓ ਤੁਸੀਂ ਬੰਦਗੀ ਇਬਾਦਤ ਬਾਣੀ ਸਿਮਰਨ ਸ਼ੁਰੂ ਕਰੋ। ਹੌਲੀ ਹੌਲੀ ਇਹ ਬਾਣੀ ਦਾ ਸੱਚ ਹੈ, ਰੰਗ ਲਾਗਤ ਹੈ। ਰੰਗ ਲੱਗਣਾ ਤਾਂ ਸ਼ੁਰੂ ਹੋਏਗਾ ਜੇ ਆਪਣੇ ਆਪ ਨੂੰ ਰੰਗ ਲਗਾਉਣ ਦੀ ਅਸੀਂ ਮਰਿਆਦਾ ਵਿੱਚ ਆਵਾਂਗੇ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ ਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਲੱਭ, ਲਾਲਚ, ਪਾਪ ਦਾ ਰੰਗ ਲੱਗਿਆ ਹੋਇਆ ਨਾ, ਉਨਾ ਚਿਰ ਤੱਕ ਇਹ ਮਨ ਇੰਨਾ ਬੇਈਮਾਨ ਹੈ, ਇਹ ਮਨ ਗਧੇ ਵਰਗਾ ਹੈ, ਇਹ ਮਨ ਇੰਨਾ ਮੈਲਾ ਹੈ, ਇਸ ਮਨ ਨੇ ਦੁਲਤੀਆਂ ਹੀ ਮਾਰਨੀਆਂ ਨੇ, ਇਸ ਮਨ ਨੇ ਬਹਾਨੇ ਹੀ ਕੱਢਨੇ ਨੇ, ਟੁੱਚਰ ਹੀ ਕੱਢਨੇ ਨੇ। ਮਨ ਇੰਨਾ ਪਾਪੀ ਹੈ। ਦੇਖਿਓ, ਜਦ ਗੁਟਕੇ ਫੜਨ ਦੀ, ਗੁਟਕਾ ਸਾਹਿਬ ਫੜਨ ਦੀ, ਬਾਣੀ ਪੜ੍ਹਨ ਦੀ, ਅੰਮ੍ਰਿਤ ਵੇਲਾ ਸਾਂਭਣ ਦੀ ਗੱਲ ਆਏਗੀ ਨਾ, ਇਸ ਮਨ ਨੇ ਫਿਰ ਕੋਈ ਨਾ ਕੋਈ ਦਲੀਲ ਦੀ ਦੁਲੱਤੀ ਮਾਰ ਦੇਣੀ। ਗੁਰੂ ਸਾਹਿਬ ਕਹਿੰਦੇ ਐਵੇਂ ਤਾਂ ਇਹ ਸਾਰੀ ਜ਼ਿੰਦਗੀ ਲੰਘ ਜਾਏਗੀ, ਮਨ ਕਾਬੂ ਹੀ ਨਹੀਂ ਆਏਗਾ ਜੇ ਇਸ ਮਨ ਨੂੰ ਅਸੀਂ ਇਹ ਸਮਝਾਵਾਂਗੇ ਕਿ ਚਲੋ ਪਹਿਲਾਂ ਇਹ ਵਾਲਾ ਪਾਪ ਛੱਡ ਦਿੰਦੇ ਹਾਂ ਅਤੇ ਫਿਰ ਅਸੀਂ ਬੰਦਗੀ ਸ਼ੁਰੂ ਕਰਾਂਗੇ। ਨਾ, ਸਤਿਗੁਰੂ ਜੀ ਕਹਿੰਦੇ ਬੰਦਗੀ ਇਬਾਦਤ ਸ਼ੁਰੂ ਕਰੋ ਤਾਂ ਪਾਪ ਛੱਡਿਆ ਜਾਏਗਾ। ਇਹ ਲੋਭ ਰਸ ਦੇ ਵਿੱਚ ਮਨ ਰਤਿਆ ਹੈ ਤਾਂ ਤੱਕ ਇਬਾਦਤ ਸ਼ੁਰੂ ਨਹੀਂ ਹੋਣੀ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵੈ ਚੋਲੜਾ ਪਿਆਰੇ। ਕਿਉਂ ਤਨ ਸੇਜੈ ਜਾਏ, ਇਉਂ ਤੇ ਇਹ ਮਨ ਕਦੀ ਪ੍ਰਭੂ ਦੇ ਸਿਮਰਨ ਵਿੱਚ ਟਿਕੇਗਾ ਹੀ ਨਹੀਂ। ਕਿਉਂ ਤਨ ਸੇਜੈ ਜਾਏ ਦਾ ਮਤਲਬ ਹੈ ਕਿ ਪ੍ਰਭੂ ਦੀ ਜਿਹੜੀ ਸਿਮਰਨ ਰੂਪੀ ਸੇਜ ਹੈ, ਭਾਵ ਸਾਡਾ ਹਿਰਦਾ ਹੈ, ਜਿੱਥੇ ਪ੍ਰਭੂ ਨੇ ਆ ਕੇ ਆਪਣਾ ਆਸਣ ਲਾਉਣਾ ਹੈ, ਪ੍ਰਭੂ ਨੇ ਵਸਣਾ ਹੈ, ਇਹ ਤਾਂ ਕਦੀ ਸੇਜ ਪਵਿੱਤਰ ਹੋਏਗੀ ਨਹੀਂ, ਐਵੇਂ ਨਹੀਂ ਹੋਏਗੀ। ਇੱਕ ਕੰਮ ਕਰੋ, ਸਤਿਗੁਰੂ ਜੀ ਕਹਿੰਦੇ ਉਹਦਾ ਸਿਮਰਨ ਸ਼ੁਰੂ ਕਰੋ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਪਰਉਪਕਾਰ ਦਾ ਮਤਲਬ ਇਹ ਹੈ ਕਿ ਜਦ ਸਾਨੂੰ ਵੇਖ ਕੇ ਕਿਸੇ 'ਤੇ ਪਰਉਪਕਾਰੀ ਵਾਲੀ ਭਾਵਨਾ ਸ਼ੁਰੂ ਹੋਏ, ਆਪਣੇ ਤੋਂ ਨੀਵੇਂ ਨੂੰ ਵੇਖੀਏ, ਆਪਣੇ ਤੋਂ ਲਤਾੜੇ ਨੂੰ ਵੇਖੀਏ ਅਤੇ ਸਾਡੇ ਮਨ ਦੇ ਅੰਦਰ ਤਰਸ ਪੈਦਾ ਹੋਏ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਬਾਰੰਬਾਰ ਕਹਿੰਦੇ ਹੈ ਕਿ ਅਸੀਂ ਅੱਗੇ ਵੀ ਪੜ੍ਹਾਂਗੇ, ਕਈ ਕੋਟ ਕਿਰਪਨ ਕਠੋਰ। ਕਿਰਪਨ ਕਹਿੰਦੇ ਕੰਜੂਸ, ਕਠੋਰ ਕਹਿੰਦੇ ਪੱਥਰ ਦਿਲ। ਕਹਿੰਦੇ ਕਰੋੜਾਂ ਹੀ ਸਿਮਰਨ ਤੋਂ ਬਿਨਾਂ ਕੰਜੂਸ ਅਤੇ ਪੱਥਰ ਦੀ ਸੰਗ ਦਿਲ ਵਾਲੀ ਬਿਰਤੀ ਰੱਖ ਸਕਦੇ ਨੇ, ਪਰ ਜਿਹੜੇ ਵਿਰਲੇ ਸਿਮਰਨ ਕਰਨ ਵਾਲੇ ਹੁੰਦੇ ਨੇ ਉਹਨਾਂ ਦੇ ਪੱਥਰ ਦਿਲ ਵੀ ਮੋਮ ਵਰਗੇ ਪਰਉਪਕਾਰੀ ਹੋ ਜਾਂਦੇ ਆ। ਸੋ ਪ੍ਰਭੂ ਦਾ ਸਿਮਰਨ ਕੀਤਿਆਂ ਜਿਹੜੀਆਂ ਬਰਕਤਾਂ ਮਿਲਦੀਆਂ ਨੇ, ਜਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਜਿਹੜੇ ਬਾਏ ਪ੍ਰੋਡਕਟਸ ਮਿਲਦੇ ਨੇ ਸਿਮਰਨ ਕਰਨ ਦੇ ਨਾਲ, ਜਿਹੜੇ ਅਚਨਚੇਤ ਮਨ ਦੇ ਵਿੱਚ ਵਸਦੇ ਨੇ, ਉਹਨਾਂ ਨੂੰ ਪ੍ਰਾਪਤ ਕਰਨ ਲਈ ਯਤਨ ਨਹੀਂ ਕਰਨਾ ਪੈਂਦਾ। ਉਹਨਾਂ ਵਿੱਚੋਂ ਇਹ ਸਾਰੀਆਂ ਇਸ ਪਦੇ ਦੇ ਵਿੱਚ ਸਤਿਗੁਰੂ ਜੀ ਦੱਸ ਰਹੇ ਨੇ ਕਿ ਕਿਹੜੀਆਂ ਬਖਸ਼ਿਸ਼ਾਂ ਮਿਲਣਗੀਆਂ। ਕਿ ਜਿਹੜਾ ਸਿਮਰਨ ਕਰਦਾ ਹੈ ਉਹ ਉਦਾਰਚਿਤ ਹੈ, ਉਹਦਾ ਮਤਲਬ ਉਹਦਾ ਮਨ ਪਰਉਪਕਾਰੀ ਹੈ। ਅੱਗੇ ਕਹਿੰਦੇ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਅਸੀਂ ਪਿਆਰ ਦੇ ਵਿੱਚ ਜੁੜ ਕੇ ਭਾਈ ਇੱਕ ਕੰਮ ਕਰੀਏ। ਬਹੁਤਿਆਂ 'ਤੇ ਅਸੀਂ ਮਿਹਰਬਾਨ ਜਾਂ ਬਲਿਹਾਰੀ ਨਹੀਂ ਹੋ ਸਕਦੇ, ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ, ਜਨ ਨਾਨਕ
ਧੂੜ ਮੰਗੇ ਤਿਸ ਗੁਰ ਸੇਕੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਵੀ ਕਹਿੰਦੇ ਆ, ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ, ਕਿ ਜਿਹੜਾ ਸਿਮਰਨ ਕਰਦੇ ਆ ਉਹਨਾਂ ਤੇ ਬਲਹਾਰ ਜਾਓ। ਤੇ ਅਸੀਂ ਹੁਣੇ ਪੜ੍ਹਿਆ ਕਿ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਬ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜਿਆ ਜਾਏ। ਨਹੀਂ ਮਨ ਪਰਉਪਕਾਰੀ ਹੋਇਆ। ਇੱਕ ਕੰਮ ਕਰ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਦੇਖੋ ਸਤਿਗੁਰ ਜੀ ਇੱਕ ਵਾਰੀ ਪ੍ਰਭੂ ਤੇ ਕੁਰਬਾਨ ਹੋਣ ਨੂੰ ਤਾਕੀਦ ਕਰ ਰਿਹਾ ਕਿ ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਕਿ ਉਸ ਪ੍ਰਭੂ ਤੇ ਤੂੰ ਮਿਹਰਬਾਨ ਹੋ 2 ਵਾਰੀ। ਤੇ ਫਿਰ ਉਸ ਤੋਂ ਬਾਅਦ ਹਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ। ਤੇ ਤੂੰ 2 ਵਾਰੀ ਉਹਨਾਂ ਤੇ ਕੁਰਬਾਨ ਹੋ ਜਿਹੜੇ ਪ੍ਰਭੂ ਨੂੰ ਸਿਮਰਦੇ ਨੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਗੁਰੂ ਰਾਮਦਾਸ ਜੀ ਵੀ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਕੀ, ਜੋ ਆਪ ਜਪਹਿ ਅਵਰਹਿ ਨਾਮ ਜਪਾਵੈ। ਇਸ ਕਰਕੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੀ ਸਹਬਤ, ਉਹਨਾਂ ਦੀ ਸੰਗਤ, ਉਹਨਾਂ ਤੇ ਬਲਹਾਰ ਜਾਣ ਦਾ ਮਤਲਬ ਹੈ ਕਿ ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਮੈਂ ਆਪਣਾ ਬਲਹਾਰ ਕਰਦਾ, ਆਪਣਾ ਮਨ, ਆਪਣੇ ਅੰਦਰ ਦੀ ਬਿਰਤੀ ਮੈਂ ਉਹਨਾਂ ਤੇ ਵਾਰਨੇ ਜਾਵਾਂ। ਇਹਨੂੰ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਸੀਂ ਪੜ੍ਹਦੇ ਹਾਂ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਤੇ ਆਈ। ਉਹੀ ਸ਼ਬਦ ਹੈ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ। ਆਪ ਵਿੱਚ ਆਈ ਦਾ ਮਤਲਬ ਕੋਈ ਪ੍ਰਭੂ ਦੀ ਗੱਲ ਦੱਸੇ, ਕੋਈ ਉਸ ਪ੍ਰਭੂ ਦੇ ਮਾਰਗ ਦੀ ਗੱਲ ਦੱਸੇ, ਜਿਹਨੂੰ ਸਾਹਿਬ ਜੀ ਦੀ ਬਾਣੀ ਬੜੇ ਪਿਆਰ ਦੇ ਵਿੱਚ ਸਮਝਾਉਂਦੀ ਹੈ ਕਿ ਕੋਈ ਹਰੀ ਕਾ ਪਿਆਰਾ ਮਿਲ ਜਾਏ, ਕੋਈ ਹਰਜਨ, ਕੋਈ ਸੰਤ ਮਿਲ ਜਾਏ, ਜੇ ਮੈਨੂੰ ਉਹ ਰਸਤਾ ਦੱਸ ਦੇ ਤੇ ਮੈਂ ਉਹਦੇ ਪਿੱਛੇ ਹੀ ਤੁਰ ਪਵਾਂਗੀ, ਮੈਂ ਉਸ ਦੱਸੇ ਰਸਤੇ 'ਤੇ ਤੁਰ ਪਵਾਂਗੀ। ਇਹਨੂੰ ਸਾਹਿਬ ਜੀ ਦੀ ਬਾਣੀ ਬਾਰ-ਬਾਰ ਤਾਕੀਦ ਕਰਦੀ ਹੈ। ਤੇ ਗੁਰੂ ਅਰਜਨ ਸਾਹਿਬ ਜੀ ਵੀ ਇਹ ਕਹਿ ਰਹੇ ਕਿ ਭਾਈ ਜਦ ਤੁਸੀਂ ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚ ਆਓਗੇ, ਉਹਨਾਂ ਦੇ ਨਾਲ ਸੰਪਰਕ ਵਧਾਓਗੇ, ਉਹਨਾਂ ਦੀ ਰੰਗਤ ਆਪਣੇ ਮਨ ਦੇ ਉੱਤੇ ਚੜਾਓਗੇ, ਤੇ ਹੌਲੀ ਹੌਲੀ ਜਿਹੜੀ ਉਹਨਾਂ ਦੇ ਅੰਦਰ ਸਹਿਜ ਰੂਪੀ, ਉਹਨਾਂ ਦੇ ਅੰਦਰ ਪ੍ਰੇਮ ਰੂਪੀ, ਬੰਦਗੀ ਰੂਪੀ ਇਸ਼ਕ ਭਾਵ, ਜਿਹੜਾ ਉਹਨਾਂ ਦੇ ਅੰਦਰ ਇਸ਼ਕ ਹਕੀਕੀ ਹੈ ਉਸ ਰੱਬ ਦਾ, ਉਹਦੀ ਪ੍ਰੀਤ ਜਾਗਰਿਤ ਹੋਏਗੀ। ਕਿਉਂਕਿ ਅੱਜ ਤੱਕ ਸਾਡੇ ਮਨ ਦਾ ਕੋਈ ਮਨੋਰਥ ਨਹੀਂ ਬਣਿਆ, ਮਨ ਦਾ ਮਕਸਦ ਨਹੀਂ ਬਣਿਆ, ਕੋਈ ਏਮ ਹੈ ਨਹੀਂ ਸਾਡੇ ਮਨ ਦਾ ਅਸੀਂ ਸੋਚੀਏ। ਮੈਂ ਆਪ ਸੰਗਤਾਂ ਨੂੰ ਨਹੀਂ ਤਾਕੀਦ ਕਰ ਰਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਸੱਚੀ ਮੁੱਚੀ ਅਜੇ ਤੱਕ ਸਾਡੇ ਮਨ ਦਾ ਕੋਈ ਮਕਸਦ ਨਹੀਂ ਕਿ ਅਸੀਂ ਕਰਨਾ ਕੀ ਹੈ। ਹੋਰ ਤੇ ਹੋਰ ਛੱਡੀਏ, ਬਾਹਰ ਤੇ ਅਸੀਂ ਬਹੁਤ ਕੁਝ ਸੋਚੀ ਬੈਠੇ ਹਾਂ, ਪਰ ਜਿਹੜਾ ਅੰਦਰ ਦਾ ਮਾਰਗ ਹੈ ਉੱਥੇ ਕਰਨਾ ਕੀ ਹੈ, ਉਹ ਤੇ ਅਸੀਂ ਕੋਈ ਨਿਸ਼ਾਨਾ ਨਹੀਂ ਬਣਾਇਆ। ਤੇ ਨਿਸ਼ਾਨਾ ਕਿਵੇਂ ਹੋਏਗਾ? ਬੰਦਗੀ ਕਰਨ ਨਾਲ ਤੇ ਨਿਸ਼ਾਨਾ ਬਣ ਹੀ ਨਹੀਂ ਸਕਦਾ। ਬਣ ਸਕਦਾ ਭਾਈ, ਬਣ ਸਕਦਾ। ਸਤਿਗੁਰੂ ਜੀ ਕਹਿੰਦੇ ਜੇ ਬੰਦਗੀ ਕਰਨ ਵਾਲਿਆਂ ਦੇ ਦਰਸ਼ਨ ਕਰੋਗੇ, ਬੰਦਗੀ ਕਰਨ ਵਾਲਿਆਂ ਦਾ ਤੁਸੀਂ ਸੰਗਤ ਜਾਂ ਸਹਬਤ ਵਿੱਚ ਜੁੜੋਗੇ, ਫਿਰ ਦੇਖਿਓ ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਰੰਗਤ ਚੜ੍ਹੇਗੀ। ਇਹ ਹੈ ਸਤਿਗੁਰੂ ਜੀ ਕਹਿੰਦੇ ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ, ਜੋ ਪ੍ਰਭੂ ਦਾ ਆਰਾਧਨ ਕਰਦੇ ਹੈ ਮੈਂ ਉਹਨਾਂ ਤੋਂ ਘੋਲ ਜਾਂਦਾ, ਘੋਲੀ ਜਾਂਦਾ, ਹੋਂ ਵਾਰੀ ਵਈਆਂ ਘੋਲੀ ਵਈਆਂ, ਮੈਂ ਉਹਨਾਂ ਤੇ ਬਲਹਾਰ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਸੱਚੀ ਮੁੱਚੀ, ਇੱਥੇ ਕੋਈ ਵਾਸ਼ਨਾ ਨਹੀਂ ਹੈ, ਇਹ ਕੋਈ ਚਮੜੀ ਦਾ ਰੰਗ ਨਹੀਂ ਹੈ, ਇਹ ਕੋਈ ਚਮੜੀ ਦੀ ਸੁੰਦਰਤਾ ਨਹੀਂ ਹੈ। ਇਹ ਹੈ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਐਸੀ ਰੰਗਤ ਹੈ ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜੁਲੰਦੜੀ ਮੇਰਾ ਅੰਤਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਜਿਹੜੇ ਸਿਮਰਨ ਕਰਦੇ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਸਵੇਰੇ ਸਵੇਰੇ ਜੇ ਉਹਨਾਂ ਦੇ ਦਰਸ਼ਨ ਹੋ ਜਾਣ, ਅਸੀਂ ਆਮ ਕਰਕੇ ਕਹਿੰਦੇ ਹਾਂ ਕਿ ਸਾਡਾ ਦਿਨ ਚੰਗਾ ਅਤੇ ਸੁਖਾਲਾ ਲੰਘੇਗਾ, ਕਿਉਂਕਿ ਉਹਨਾਂ ਦੇ ਚਿਹਰੇ ਭਾਵ ਉਹਨਾਂ ਦੀ ਸਹਬਤ ਦੇ ਕੀਤਿਆਂ, ਉਹਨਾਂ ਦੇ ਦਰਸ਼ਨ ਕੀਤਿਆਂ, ਉਹਨਾਂ ਦੇ ਚਿਹਰੇ ਦੇ ਦਰਸ਼ਨ ਕੀਤਿਆਂ ਮਨ ਦੇ ਅੰਦਰ ਠੰਡ ਪੈਂਦੀ ਹੈ, ਕਿਉਂਕਿ ਉਹਨਾਂ ਦੇ ਚਿਹਰੇ ਦੇ ਅੰਦਰੋਂ, ਚਿਹਰੇ ਦੇ ਉੱਤੋਂ ਬੰਦਗੀ ਦਾ ਜਿਹੜਾ ਰੰਗ ਹੈ ਨਾ ਉਹ ਡਲਕਾ ਮਾਰਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜੇ ਸਿਮਰਨ ਕਰਦੇ ਹੈ ਉਹਨਾਂ ਦੇ ਅੰਦਰ ਵੀ ਸਹਿਜ ਹੁੰਦਾ ਅਤੇ ਉਹਨਾਂ ਦਾ ਸਹਿਜ ਮੁਖ ਤੋਂ ਪ੍ਰਗਟ ਹੁੰਦਾ, ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੇ ਮੋਹਰੇ ਤੋਂ ਪ੍ਰਗਟ ਹੁੰਦਾ ਹੈ। ਇਸ ਕਰਕੇ ਜਿਹੜਾ ਸਿਮਰਨ ਕਰਦੇ ਨੇ ਉਹਨਾਂ ਦੇ ਮੁਖ ਸੁਹਾਵੇ ਸੋਹਣੇ ਚਿਹਰੇ ਹੁੰਦੇ ਆ, ਉਹਨਾਂ ਦੇ ਚਿਹਰੇ 'ਤੇ ਬੰਦਗੀ ਇਬਾਦਤ ਵਾਲੀ ਸੁੰਦਰਤਾ ਹੁੰਦੀ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੂੰ ਕਰੂੰ ਨਿਵਾਸ।
ਇਹੀ ਅਵਸਥਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਉਹਨਾਂ ਦੇ ਮੁਖ ਸੋਹਣੇ ਹੁੰਦੇ ਨੇ ਜੀ। ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਜਿਹੜੇ ਪ੍ਰਭੂ ਦੇ ਸਿਮਰਨ ਦੇ ਵਿੱਚ ਜੁੜ ਗਏ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਨਾ ਇੱਕ ਸਤ ਚਿੱਤ ਆਨੰਦ ਵਾਲੀ ਅਵਸਥਾ ਦੇ ਵਿੱਚ ਆਉਣਾ ਸ਼ੁਰੂ ਹੁੰਦਾ ਹੈ। ਇਹ ਨਹੀਂ ਕਿ ਉਹਨਾਂ ਦੇ ਚੌਗਿਰਦੇ ਦੇ ਵਿੱਚ ਦੁੱਖ ਖਤਮ ਹੋ ਗਏ ਨੇ, ਦੁੱਖ ਹੈਗੇ ਨੇ, ਪਰ ਉਹਨਾਂ ਦਾ ਮਨ ਜਿਹੜਾ ਹੈ ਸਦੀਵੀ ਸੁੱਖ ਦੇ ਵਿੱਚ ਵਸਣਾ ਸ਼ੁਰੂ ਹੋ ਗਿਆ। ਉਹਨਾਂ ਨੂੰ ਪਤਾ ਹੈ ਕਿ ਇਹ ਦੁੱਖ ਤੇ ਸੁੱਖ ਸੰਪੈ ਦੇਖ ਨਾ ਹਰਖੀਐ, ਵਿਪਤ ਦੇਖ ਨਾ ਰੋਏ। ਨਾ ਉਹ ਸੰਪਤੀ ਵੇਖ ਕੇ ਬਹੁਤੀ ਲੁੱਡੀਆਂ ਪਾਉਂਦੇ ਨੇ, ਨਾ ਉਹ ਵਿਪਤਾ ਦੇਖ ਕੇ ਬਹੁਤਾ ਡਰਦੇ ਨੇ। ਉਹਨਾਂ ਦੇ ਅੰਦਰ ਇੱਕ ਸੂਖ ਵਾਲੀ ਬਿਰਤੀ, ਇਹਨੂੰ ਸੁੱਖ ਨਹੀਂ ਪੜ੍ਹਨਾ ਜੀ, ਸੂਖ ਹੀ ਪੜ੍ਹਨਾ ਹੈ, ਕਿਉਂਕਿ ਸੱਸੇ ਨੂੰ ਦੁਲੈਂਕੜੇ ਪਏ ਹੋਏ ਨੇ, ਇਹਨੂੰ ਸੂਖ ਬਿਹਾਵੈ, ਊ ਦੀ ਮਾਤਰਾ ਹੈ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਉਹਨਾਂ ਨੂੰ ਸੁੱਖ ਆਰਾਮ ਅਤੇ ਆਨੰਦ ਰੂਪੀ ਜ਼ਿੰਦਗੀ ਦੀ ਬਰਕਤ ਮਿਲਦੀ ਹੈ ਜੀ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਪ੍ਰਭੂ ਦਾ ਆਰਾਧਨ ਕੀਤਾ ਉਹਨਾਂ ਨੇ ਆਪਣੀ ਆਤਮ ਨੂੰ ਜਿੱਤ ਲਿਆ, ਆਪਣੇ ਮਨ ਨੂੰ ਜਿੱਤ ਲਿਆ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਕਿ ਦੁਨੀਆ ਦੇ ਲੋਕ ਭਾਵੇਂ ਆਈ ਪੰਥੀ ਦਾ ਮਤਲਬ ਹੈ ਜੀ, ਇਹ 11 ਕਿਸਮ ਦੇ ਸਿਲਸਿਲੇ ਨੇ ਜੋਗੀਆਂ ਦੇ। ਉਹਨਾਂ ਜੋਗੀਆਂ ਦੇ 11 ਸਿਲਸਿਲਿਆਂ ਦੇ ਵਿੱਚੋਂ ਇੱਕ ਆਈ ਪੰਥੀ ਜਿਹੜੀ ਉਹ ਸਿਰਮੌਰ ਹੈ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਦੱਸਦੇ ਕਿ ਭਾਈ ਜੋਗ ਮਤ ਕੋਈ ਬਾਹਰੀ ਭੇਖ ਧਾਰਨ ਕਰਨ ਨਾਲ ਨਹੀਂ ਹੁੰਦਾ, ਕੋਈ ਬਾਹਰ ਦੀ ਵਿਭੂਤੀ ਮਿਲਣ ਨਾਲ ਨਹੀਂ ਹੁੰਦਾ, ਬਾਹਰ ਦੇ ਚਿਹਰੇ ਮੋਹਰੇ 'ਤੇ ਮੇਕਅਪ ਕਰਨ ਨਾਲ ਨਹੀਂ ਹੁੰਦਾ। ਜਿੰਨਾ ਮਰਜ਼ੀ ਮੇਕਅਪ ਕਰ ਲਈਏ, ਜੇ ਅੰਦਰ ਸਾੜਾ ਹੈ ਨਾ, ਉਹ ਚਿਹਰੇ ਤੋਂ ਪ੍ਰਗਟ ਹੋ ਜਾਏਗਾ, ਜਿੰਨੀ ਮਰਜ਼ੀ ਸੁੰਦਰਤਾ ਖੂਬਸੂਰਤੀ ਅਸੀਂ ਆਪਣੇ ਚਿਹਰੇ ਦੇ ਉੱਤੇ ਕੀਤੀ ਹੋਏ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਜੇ ਅੰਦਰ ਬਾਣੀ ਹੋਏਗੀ, ਅੰਦਰ ਮਨ ਨੂੰ ਜਿੱਤਿਆ ਹੋਏਗਾ, ਆਤਮ ਨੂੰ ਜਿੱਤਿਆ ਹੋਏਗਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਸਭ ਕੁਝ ਜਿੱਤ ਲਿਆ। ਅਤੇ ਇਸ ਕਰਕੇ ਦੁਨੀਆ ਦੇ ਦੇਸ਼ਾਂ ਨੂੰ ਜਿੱਤਣਾ ਇੱਕ ਪਾਸੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਕਹਿੰਦੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾੜੇ, ਗੂੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਕਹਿੰਦੇ ਜੇ ਸਾਰਾ ਕੁਛ ਵੀ ਜਿੱਤ ਲਓ, ਏਤੇ ਪਏ ਤੋਂ ਕਹਾਂ ਪਏ ਭੂਪਤ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਇਹਨੂੰ ਸਮਝੋ, ਦੇਸ਼ਾਂ ਦੇ ਦੇਸ਼ ਜਿੱਤ ਲਏ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ। ਢੋਲ ਅਤੇ ਮਿਰਦੰਗ ਨਗਾੜੇ ਵੱਜ ਰਹੇ ਨੇ, ਉਹਨਾਂ ਬੰਦਿਆਂ ਦੀ ਜਿੱਤ ਲਈ। ਗੂੰਜਤ ਗੂੜ ਗਜਾਨ ਕੇ ਸੁੰਦਰ, ਹਾਥੀ ਲੰਘਦੇ ਨੇ, ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਸ਼ੁੱਗ ਦੀਆਂ ਗੱਡੀਆਂ ਜਾਂਦੀਆਂ, ਟਿਊਂ 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 ਸਾਇਰਨ ਮਾਰਦੀਆਂ। ਉਸ ਵੇਲੇ ਹਿੰਗਦੇ ਸੀ ਹਾਥੀ ਜਾਂਦੇ, ਦੱਸਦੇ ਸੀ ਕਿ ਅਸੀਂ ਲੰਘ ਰਹੇ ਹਾਂ। ਕਹਿੰਦੇ ਇਹ ਹੈ ਰਾਜ ਹਜ਼ਾਰੇ ਵੀ ਲੱਗ ਜਾਣ, ਭੂਤ ਭਵਿਖ ਭਵਾਨ, ਭਾਵੇਂ ਭੂਤ ਕਾਲ ਦੇ ਵਿੱਚ, ਭਾਵੇਂ ਭਵਿੱਖ ਕਾਲ 'ਚ, ਭਾਵੇਂ ਅੱਜ, ਜਿੰਨੇ ਮਰਜ਼ੀ ਪੈਦਾ ਹੋ ਜਾਣ, ਭਾਵੇਂ ਜੱਗ ਦੇ ਜੱਗ ਜਿੱਤ ਲੈਣ, ਸ੍ਰਿਸ਼ਟੀ ਦੀ ਸ੍ਰਿਸ਼ਟੀ ਜਿੱਤ ਲੈਣ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੈ। ਕਹਿੰਦੇ ਉਹਨਾਂ ਦੀ ਗਿਣਤੀ ਨਹੀਂ ਹੈ, ਉਹ ਆਣਗੇ ਚਲੇ ਜਾਣਗੇ, ਉਹਨਾਂ ਦਾ ਆਣਾ ਜਾਣਾ ਬਸ ਇੱਕ ਖਿੰਨ ਦਾ ਹੋਏਗਾ, ਕਿਉਂਕਿ ਪ੍ਰਭੂ ਦੀ ਬੰਦਗੀ ਇਬਾਦਤ ਤੋਂ ਬਿਨਾਂ ਅੰਤ ਦੇ ਵਿੱਚ ਉਹ ਬਾਜੀ ਹਾਰ ਕੇ ਜਾਣਗੇ। ਪਰ ਅਸਲ ਦੀ ਬਾਜੀ ਉਹ ਜਿੱਤੇਗਾ ਜਿਹੜੇ ਬਾਹਰ ਦੀ ਸ੍ਰਿਸ਼ਟੀਆਂ ਜਾਂ ਜਗਤ ਨੂੰ ਜਿੱਤਣ ਵਾਸਤੇ ਨਹੀਂ ਆਇਆ, ਜਿਹੜਾ ਕਹਿੰਦਾ ਪਹਿਲੇ ਮੈਂ ਆਪਣੇ ਮਨ ਨੂੰ ਜਿੱਤਾਂ, ਪਹਿਲੇ ਮੈਂ ਇਸ ਮਨ ਨੂੰ ਕਾਬੂ ਕਰਾਂ। ਇਹ ਮਨ ਕਾਬੂ ਕਰਨਾ ਹੀ ਜਗ ਨੂੰ ਕਾਬੂ ਕਰਨਾ ਹੈ। ਕੋਈ ਵਿਰਲਾ ਇਸ ਪਾਸੇ ਤੁਰਦਾ ਹੈ। ਜਿਸ ਤਰ੍ਹਾਂ ਅਲੈਗਜ਼ੈਂਡਰ ਜਦ ਪੰਜਾਬ ਦੀ ਧਰਤੀ 'ਤੇ ਆਇਆ ਸੀ, ਜਦ ਅਲੈਗਜ਼ੈਂਡਰ ਦੀ ਗ੍ਰੇਟ ਜਦੋਂ ਪੰਜਾਬ ਦੀ ਧਰਤੀ 'ਤੇ ਪਹੁੰਚਿਆ ਅਤੇ ਉਹਨੇ ਦੇਖਿਆ ਕਿ ਇੱਕ ਜੋਗੀ ਬੜੇ ਆਨੰਦ ਦੇ ਵਿੱਚ ਬੈਠਾ ਹੈ ਰੁੱਖ ਦੇ ਥੱਲੇ। ਔਰ ਇਹ ਕਹਾਣੀਆਂ ਬੜੀਆਂ ਪ੍ਰਚਲਿਤ ਨੇ, ਸਾਡੀ ਪੰਜਾਬ ਦੀ ਪਿੜ ਭੂਮੀਆਂ ਦੇ ਵਿੱਚ ਅਕਸਰ ਸੁਣਾਈ ਜਾਂਦੀਆਂ ਨੇ। ਉਸ ਜੋਗੀ ਜਿਹੜਾ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਉਹਨੇ ਪੁੱਛਿਆ ਤੂੰ ਕੌਣ ਹੈ? ਕਹਿੰਦਾ ਜੀ ਮੈਂ ਅਲੈਗਜ਼ੈਂਡਰ ਹਾਂ। ਕਹਿੰਦੇ ਅੱਛਾ, ਕਹਿੰਦੇ ਵਾਹ। ਅਤੇ ਫਿਰ ਅਲੈਗਜ਼ੈਂਡਰ ਕਹਿੰਦਾ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਜੋਗੀ ਹਾਂ, ਮੈਂ ਆਪਣੇ ਆਨੰਦ ਵਿੱਚ ਬੈਠਾ। ਜੋਗੀ ਕਹਿੰਦਾ ਤੂੰ ਕੀ ਕਰ ਰਿਹਾ? ਕਹਿੰਦਾ ਮੈਂ ਪੂਰੀ ਧਰਤੀ ਨੂੰ ਜਿੱਤਣ ਨਿਕਲਿਆ, ਪੂਰੀ ਧਰਤੀ ਨੂੰ। ਕਹਿੰਦਾ ਫਿਰ? ਕਹਿੰਦਾ ਮੈਂ ਉਹ ਵੀ ਜਿੱਤ ਲਿਆ, ਉਹ ਵੀ ਜਿੱਤ ਲਿਆ, ਹੁਣ ਮੈਂ ਇਹ ਭਾਰਤ ਪੰਜਾਬ ਵੀ ਜਿੱਤ ਲਾਂਗਾ, ਸਾਰਾ ਕੁਝ ਜਿੱਤ ਲਾਂਗਾ। ਕਹਿੰਦੇ ਫਿਰ ਕੀ ਕਰੇਂਗਾ? ਕਹਿੰਦਾ ਫਿਰ ਸਾਰਾ ਕੁਝ ਜਿੱਤ ਕੇ ਮੈਂ ਆਰਾਮ ਨਾਲ ਬੈਠਾਂਗਾ। ਅਤੇ ਜੋਗੀ ਕਹਿੰਦਾ ਮੈਂ ਤਾਂ ਹੁਣੇ ਵੀ ਆਰਾਮ ਨਾਲ ਬੈਠਾ, ਤੂੰ ਜਿੱਤ ਕੇ ਕਿੱਥੇ ਆਰਾਮ ਨਾਲ ਬੈਠੇਂਗਾ? ਇਹ ਫਰਕ ਹੈ। ਜਿਹਨੇ ਮਨ ਨੂੰ ਜਿੱਤ ਲਿਆ, ਇਹ ਸਾਡੀ ਧਰਤੀ ਦੀ ਖੂਬਸੂਰਤੀ ਹੈ। ਇਹ ਪੰਜਾਬ ਦੀ ਧਰਤੀ ਦੇ ਵਿੱਚੋਂ ਬਹੁਤ ਸੰਤ ਜਨ, ਬੜੇ ਭਗਤ ਜਨ, ਬੜੀ ਬੰਦਗੀ ਇਬਾਦਤ ਵਾਲੀਆਂ ਰੂਹਾਂ ਪੈਦਾ ਹੋਈਆਂ ਨੇ, ਔਰ ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ। ਪ੍ਰਭ ਕੋ ਸਿਮਰਹਿ
ਤਿਨ ਆਤਮ ਜੀਤਾ। ਉਹਨਾਂ ਨੇ ਉਹ ਦੇਖੋ, ਇੱਕ ਬਾਣੀ ਦਾ ਬੜਾ ਕੀਮਤੀ ਬਚਨ ਹੈ, ਆਤਮਾ ਪਰ ਆਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਕੋਈ ਵਿਰਲਾ ਹੈ ਜਿਹੜੀ ਆਤਮਾ ਤੇ ਪਰ ਆਤਮਾ, ਉਸ ਪਰਮਾਤਮਾ ਨੂੰ, ਭਾਵ ਆਪਣੀ ਆਤਮਾ ਦੇ ਵਿੱਚ ਪਰਮਾਤਮਾ ਨੂੰ ਵਸਾ ਲੈਣਾ, ਇੱਕ ਕਰ ਲੈਣਾ। ਅੰਤਰ ਕੀ ਦੁਬਦਾ ਅੰਤਰ ਮਰੈ, ਭਾਵ ਉਹਦਾ ਫਿਰ ਮੈਂ ਹੀ ਖਤਮ ਹੋ ਜਾਂਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਖਤਮ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਉਹ ਦੁਬਦਾ ਖਤਮ ਹੋ ਗਈ। ਕੋਈ ਵਿਰਲਾ ਹੈ ਪਰ ਸਿਮਰਨ ਕਰਨ ਦੇ ਨਾਲ ਉਹ ਆਪਣੀ ਆਤਮਾ ਨੂੰ, ਆਪਣੇ ਮਨ ਨੂੰ ਜਿੱਤ ਲੈਂਦਾ ਹੈ ਜੀ। ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਜਿਨ੍ਹਾਂ ਦੀ ਰੀਤ ਪਹਿਲਾਂ ਮਲੀਨ ਸੀ, ਮੈਲੀ ਸੀ, ਪਹਿਲਾਂ ਅਪਵਿੱਤਰ ਸੀ। ਕਾਰਜ ਉਹਨਾਂ ਦੀ ਸੋਚਣੀ ਦੇ ਵਿੱਚ ਲਾਲਚ ਸੀ, ਲੋਭ ਸੀ, ਪਰ ਸਿਮਰਨ ਕਰਦੇ ਕਰਦੇ ਉਹਨਾਂ ਦੇ ਜੀਵਨ ਦੀ ਜਿਹੜੀ ਰੀਤ ਹੈ ਉਹ ਨਿਰਮਲ ਹੋ ਗਈ, ਬਿਲਕੁਲ ਨਿਰਮਲ ਹੋ ਗਈ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕਟੇ, ਗਿਆਨ ਅੰਜਨ ਸਾਰਿਆ। ਗੁਰੂ ਨੇ ਜਦ ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ ਪਾਇਆ, ਫਿਰ ਉਹਨੂੰ ਸ੍ਰਿਸ਼ਟੀ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ। ਪਹਿਲਾਂ ਉਹ ਸ੍ਰਿਸ਼ਟੀ ਨੂੰ ਜਦ ਵੇਖਦਾ ਸੀ ਤੇ ਕਹਿੰਦਾ ਸੀ ਇਹ ਵੀ ਮਾੜਾ, ਉਹ ਵੀ ਮਾੜਾ, ਸਭ ਕੁਛ ਮਾੜਾ। ਪਰ ਜਦ ਗੁਰੂ ਨੇ ਸੁਰਮਾ ਦਿੱਤਾ, ਗਿਆਨ ਅੰਜਨ ਅੱਖਾਂ ਦੇ ਵਿੱਚ ਪਾਇਆ, ਫਿਰ ਉਹਨੂੰ ਪਤਾ ਲੱਗਿਆ ਜੋ ਕੁਛ ਬਣਾਇਆ ਕਰਤੇ ਪੁਰਖ ਵਾਹਿਗੁਰੂ ਨੇ ਬਣਾਇਆ। ਇਸ ਕਰਕੇ ਜਿਹੜਾ ਇਹ ਆਨੰਦ ਹੈ, ਕਨੇਰੇ ਆਨੰਦ, ਕਨੇਰੀ ਖੁਸ਼ੀਆਂ, ਉਹਨੂੰ ਪਤਾ ਲੱਗਦਾ ਬਾਹਰੋਂ ਨਹੀਂ ਮਿਲਣੀਆਂ, ਇਹ ਪਦਾਰਥਾਂ ਤੋਂ ਨਹੀਂ ਮਿਲਣੀਆਂ। ਇਹ ਕੰਧਾਂ 'ਤੇ ਭਾਵੇਂ ਮੈਂ ਸੋਨਾ ਮਲ ਲਾਂ, ਆਪਣੇ ਘਰਾਂ ਦੇ, ਆਪਣੇ ਬਿਸਤਰਿਆਂ 'ਤੇ ਹੀਰੇ ਚਾਂਦੀ ਲਗਾ ਲਾਂ, ਪਰ ਜਿਹੜਾ ਆਨੰਦ ਹੈ ਉਹ ਅੰਦਰੋਂ ਪੈਦਾ ਹੋਣਾ। ਉਹਦੇ ਅੰਦਰ ਆਨੰਦ ਸਿਮਰਨ ਦੀ ਬਰਕਤ ਨਾਲ ਹੀ ਪੈਦਾ ਹੁੰਦਾ ਹੈ ਜੀ। ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ, ਜਿਹੜਾ ਸਿਮਰਨ ਕਰਦਾ ਹੈ ਉਹ ਪ੍ਰਭੂ ਦੇ ਨੇੜੇ ਵਸਣਾ ਸ਼ੁਰੂ ਹੋ ਜਾਂਦਾ ਹੈ। ਸੰਤ ਕਿਰਪਾ ਤੇ ਅਨਦਿਨ ਜਾਗ, ਜਿਹੜਾ ਸੰਤ ਹੈ ਨਾ, ਸੰਤ ਦਾ ਮਤਲਬ ਹੈ ਗੁਰੂ, ਗੁਰੂਆਂ ਦੀ ਕਿਰਪਾ ਦੇ ਨਾਲ, ਸੰਤ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਕਿਉਂਕਿ ਗੁਰੂ ਦੀ ਅਵਸਥਾ ਸੰਤ ਵਾਲੀ ਹੈ। ਜਿਹਨੂੰ ਕਿਹਾ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸੰਤ ਕਿਰਪਾ ਤੇ ਅਨਦਿਨ ਜਾਗ, ਗੁਰੂ ਦੀ ਕਿਰਪਾ ਦੇ ਨਾਲ ਉਹ ਰਾਤ ਦਿਨ ਵਿਕਾਰਾਂ ਦੇ ਹੱਲਿਆਂ ਵੱਲੋਂ ਜਾਗ ਜਾਂਦਾ। ਨਾ ਉਹਨੂੰ ਦਿਨੇ ਵਿਕਾਰ ਤੰਗ ਕਰਦੇ ਨੇ, ਨਾ ਰਾਤੀ। ਤੇ ਇੱਥੇ ਅਨਦਿਨ ਦਾ ਅਰਥ ਰੋਜ਼ ਦੇ ਰੋਜ਼ ਵੀ ਕੀਤਾ, ਪਰ ਤਕਰੀਬਨ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜਾ ਅਨਦਿਨ ਦਾ ਅਰਥ ਕੀਤਾ ਉਹ ਰਾਤ ਦਿਨ ਹੀ ਕੀਤਾ। ਉਹ ਦਿਨ ਤੇ ਰਾਤ ਵਿਕਾਰੀ ਹਮਲਿਆਂ ਤੋਂ ਜਾਗ ਜਾਂਦਾ ਹੈ ਜੀ। ਨਾਨਕ ਸਿਮਰਨ ਪੂਰੇ ਭਾਗ, ਪ੍ਰਭੂ ਦੀ ਜਿਹੜੀ ਸਿਮਰਨ ਵਾਲੀ ਅਵਸਥਾ ਹੈ ਨਾ, ਅਸੀਂ ਅਕਸਰ ਇਹ ਬਚਨ ਬੋਲਦੇ ਹਾਂ, ਚਿੰਤਨ ਵਿੱਚ ਲੈ ਕੇ ਆਉਂਦੇ ਹਾਂ ਕਿ ਸਾਡੇ ਭਾਗ ਮਾੜੇ ਹੈ, ਸਾਡੇ ਭਾਗਾਂ 'ਚ ਇਹੀ ਹੈ। ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਈ ਵਾਰੀ, ਔਰ ਇਸ ਨਿਰਾਸ਼ਤਾ ਦੇ ਵਿੱਚ ਕਈ ਵਾਰੀ ਅਸੀਂ ਯਤਨ ਨਹੀਂ ਕਰਦੇ, ਮਸ਼ੱਕਤ ਨਹੀਂ ਕਰਦੇ, ਛੱਡ ਛੁੱਡ ਬੈਠਦੇ ਹਾਂ ਸਾਰੇ। ਪਰ ਇੱਕ ਵਾਰੀ ਗੁਰੂ ਅਰਜਨ ਸਾਹਿਬ ਕਹਿੰਦੇ ਆ ਕਿ ਤੁਸੀਂ ਗੁਰੂ ਦੀ ਸ਼ਰਨ 'ਚ ਆਓ ਤਾਂ ਸਹੀ, ਆਪਣੇ ਮਨ ਨੂੰ ਸਮਝੋ ਤਾਂ ਸਹੀ, ਮਨ ਨੂੰ ਟਿਕਾ ਕੇ ਦੇਖੋ। ਕੋਈ ਮਨ ਗੁਰੂ ਨੂੰ ਖੁਸ਼ ਕਰਕੇ ਨਹੀਂ ਟਿਕਾਉਣਾ, ਮਨ ਇਸ ਲਈ ਟਿਕਾਉਣਾ ਕਿ ਜਿਹੜੀ ਮਾਈਂਡ ਦੇ ਅੰਦਰ ਪੋਸੀਬਿਲਿਟੀਜ਼ ਪਈਆਂ ਨੇ, ਜਿਹੜੀ ਤਾਕਤਾਂ ਪਈਆਂ ਨੇ, ਜਿਹੜਾ ਅੰਦਰ ਮਨ ਦੇ ਅੰਦਰ ਖਜ਼ਾਨਾ ਪਿਆ ਹੋਇਆ, ਬਖਸ਼ਿਸ਼ਾਂ ਦੇ ਝਰਨੇ ਪਏ ਹੋਏ ਆ, ਸਤਿਗੁਰੂ ਜੀ ਕਹਿੰਦੇ ਸਿਮਰਨ ਦੇ ਰਾਹੀਂ ਉਹਨੂੰ ਪ੍ਰਗਟ ਕਰੋ। ਇਹ ਹੈ ਭਾਗ ਦਾ ਖੁੱਲ੍ਹ ਜਾਣਾ। ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦੇ ਭਾਗ ਪ੍ਰਗਟ ਹੋ ਜਾਂਦੇ ਆ, ਉਹਦੇ ਨਸੀਬ ਚੰਗੇ ਹੋ ਜਾਂਦੇ ਆ। ਹੁਣ ਜੇ ਕੋਈ ਕਹੇ ਨਾ ਕਿ ਮੇਰੇ ਭਾਗ ਮਾੜੇ ਨੇ, ਮੇਰੇ ਨਸੀਬ ਚੰਗੇ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਆਓ ਮੈਂ ਤੁਹਾਡੇ ਨਸੀਬ ਚੰਗੇ ਲਿਖਦਾ। ਭਾਈ ਜਿੰਨੇ ਨਸੀਬ ਲਿਖੇ ਨੇ ਮਾੜੇ, ਫਿਰ ਉਹਨੂੰ ਅਰਦਾਸ ਕਰੋ, ਪ੍ਰਭੂ ਜੇ ਤੂੰ ਮਾੜੇ ਲਿਖੇ ਨੇ ਤਾਂ ਹੁਣ ਮਟੋ ਕੇ ਚੰਗੇ ਵੀ ਕਰ ਦੇ। ਗੁਰੂ ਕਰ ਸਕਦਾ, ਔਰ ਗੁਰੂ ਦੇ ਵਿੱਚ ਸਮਰਥ ਹੈ। ਤੇ ਗੁਰੂ ਸਾਹਿਬ ਵੱਡੀ ਦੀ ਵੱਡੀ ਗੱਲ, ਇਹ ਸਮਰੱਥਾ ਹਰ ਇੱਕ ਨੂੰ ਦੇ ਰਹੇ ਹੈ ਕਿ ਜੇ ਭਾਈ ਤੁਸੀਂ ਪ੍ਰਭੂ ਦੀ ਬੰਦਗੀ, ਇਬਾਦਤ, ਪ੍ਰਭੂ ਦੇ ਚੇਤੇ ਵਿੱਚ ਆਓ, ਤੁਸੀਂ ਆਪਣੀ ਰੀਤ ਨਿਰਮਲ ਕਰ ਲਓ, ਆਪਣੀ ਕਹਿਣੀ ਕਥਣੀ ਨਿਰਮਲ ਕਰ ਲਓ, ਸ੍ਰੇਸ਼ਟ ਕਰ ਲਓ। ਸਤਿਗੁਰੂ ਜੀ ਕਹਿੰਦੇ ਪ੍ਰਭੂ ਦੀ ਬੰਦਗੀ ਇਬਾਦਤ ਦੇ ਨਾਲ ਭਾਗ ਵੀ ਸ੍ਰੇਸ਼ਟ ਹੋ ਜਾਣਗੇ, ਪੂਰਨ ਭਾਗ, ਚੰਗੇ ਨਸੀਬ ਦੀ ਪ੍ਰਾਪਤੀ ਹੋਏਗੀ ਜੀ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭੂ ਦੇ ਸਿਮਰਨ ਨਾਲ ਸਭ ਤੋਂ ਵੱਡਾ ਜਿਹੜਾ ਕਾਰਜ ਹੈ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ,
ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਜਿਹੜਾ ਅੰਦਰ ਖਜ਼ਾਨਾ ਪਿਆ ਹੋਇਆ ਨਾ ਬੰਦਗੀ ਇਬਾਦਤ ਦਾ, ਪ੍ਰਭੂ ਦੀ ਪ੍ਰਾਪਤੀ ਦਾ, ਉਹ ਨਿਸ਼ਾਨਾ ਰੱਖ। ਇਹ ਸਭ ਤੋਂ ਵੱਡਾ ਕਾਰਜ ਹੈ ਜਿਹੜਾ ਕੱਲ੍ਹ ਵੀ ਵਿਚਾਰਿਆ ਸੀ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ। ਤੇ ਇੱਕ ਕੰਮ ਕਰ, ਮਨਸਾ ਮਾਰ ਦੁਬਦਾ, ਆਪਣੇ ਮੈਲੇ ਮਨ ਨੂੰ ਮਾਰ ਲੈ ਤੇ ਚੰਗੇ ਮਨ ਨੂੰ ਸ੍ਰੇਸ਼ਟ ਕਰ ਲੈ। ਮਨ ਦੀ ਦੁਬਦਾ ਨੂੰ ਖਤਮ ਕਰ ਲੈ। ਮਨਸਾ ਮਾਰ ਦੁਬਦਾ, ਸਹਿਜ ਸਮਾਨੀ, ਤੇ ਸਹਿਜ ਅਵਸਥਾ ਦੇ ਵਿੱਚ ਜ਼ਿੰਦਗੀ ਜਿਉਣੀ ਸ਼ੁਰੂ ਕਰ। ਪਾਇਆ ਨਾਮ ਅਪਾਰਾ, ਤੇ ਪ੍ਰਭੂ ਦਾ ਅਪਾਰ ਰੂਪੀ ਬਖਸ਼ਿਸ਼ ਰੂਪੀ ਨਾਮ ਤੇਰੀ ਝੋਲੀ ਪਾਏਗਾ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵਿਖ ਕਾਟਨ ਹਾਰਾ। ਤੇ ਫਿਰ ਇਹ ਹੋਏਗਾ ਕਿਵੇਂ? ਕਹਿੰਦੇ ਇੱਕ ਕੰਮ ਕਰੀ, ਸਰੀਰ ਦੀ ਮੌਤ ਤੇ ਸਭ ਨੂੰ ਆਉਣੀ ਹੈ, ਪਰ ਜੇ ਸਰੀਰ ਦੀ ਮੌਤ ਤੋਂ ਪਹਿਲਾਂ ਮਾੜੇ ਮਨ ਨੂੰ ਤੂੰ ਮਾਰ ਲੇਗਾ ਤੇ ਸਤਿਗੁਰੂ ਜੀ ਕਹਿੰਦੇ ਤੇਰੇ ਮਾੜੇ ਮਨ ਨੂੰ, ਮਾਰੇ ਹੋਇਆਂ ਨੂੰ ਅਸੀਂ ਤੈਨੂੰ ਸ਼ਾਬਾਸ਼ ਦੇਵਾਂਗੇ। ਕੋਈ ਵਿਰਲਾ ਹੈ ਜਿਹੜਾ ਇਸ ਮਲੀਨ ਮਨ ਨੂੰ ਮਾਰ ਲੇ। ਇਹਨੂੰ ਕਿਹਾ ਸ਼ਬਦ ਮਰਹੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ। ਜੇ ਇੱਕ ਵਾਰੀ ਮਨ ਮਰ ਗਿਆ ਮਾੜਾ ਮਨ, ਤੇ ਫਿਰ ਸਤਿਗੁਰੂ ਜੀ ਕਹਿੰਦੇ ਮੌਤ ਦਾ ਵੀ ਡਰ ਨਹੀਂ ਰਹੇਗਾ। ਫਿਰ ਮੌਤ ਵੀ ਇੱਕ ਖੇਡ ਹੀ ਲੱਗੇਗੀ, ਜੀਵਨ ਵੀ ਇੱਕ ਖੇਡ ਹੀ ਜਾਪੇਗੀ। ਤਾਂ ਫਿਰ ਮਰਨ ਨਾ ਹੋਈ। ਫਿਰ ਸਰੀਰ ਮੌਤ ਵੀ ਕੋਈ ਡਰਾਵਾ ਨਹੀਂ ਦੇ ਸਕਦੀ, ਕਿਉਂਕਿ ਉਹਨੂੰ ਪਤਾ ਮੈਂ ਆਪਣਾ ਕਾਰਜ ਕਰ ਲਿਆ ਇੱਥੇ ਆ ਕੇ। ਉਹ ਕਾਰਜ ਹੈ ਸ਼ਬਦ ਮਰੋ ਫਿਰ ਜੀਵੋ ਸਦੀ, ਤਾਂ ਫਿਰ ਮਰਨ ਨਾ ਹੋਈ। ਤੇ ਫਿਰ ਇਹ ਕਿੱਥੋਂ ਮਿਲੇਗਾ? ਕਹਿੰਦਾ ਇਹ ਜਿਹੜੀ ਦਾਤ ਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਦਾਤ ਗੁਰੂ ਦੀ ਬਾਣੀ ਵਿੱਚੋਂ ਮਿਲੇਗੀ, ਇਹ ਦਾਤ ਸਿਮਰਨ ਵਿੱਚੋਂ ਮਿਲੇਗੀ। ਜਿਹੜਾ ਅੰਮ੍ਰਿਤ ਨਾਮ ਮਹਾਰਸ ਮੀਠਾ, ਵਿਰਲਾ ਪਾਵੈ ਕੋਈ ਵਿਰਲਾ ਹੈ ਇਸ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਮਾਰੇਗਾ। ਤੇ ਸਤਿਗੁਰੂ ਜੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ, ਇੱਕ ਤੇ ਪਹਿਲਾਂ ਉਹਦਾ ਸੰਪੂਰਨ ਕਾਰਜ ਹੈ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂਦੇ ਜੀ ਆਪਣੇ ਮਨ ਨੂੰ ਆਤਮਾ ਪਰਾਤਮਾ ਕਰੇਗਾ। ਉਸ ਤੋਂ ਬਾਅਦ ਜੀਵਨ ਦੇ ਜਿੰਨੇ ਕਾਰਜ ਨੇ ਨਾ, ਫਿਰ ਉਹ ਸਤਿਗੁਰੂ ਪੂਰਾ ਕਰਾਏਗਾ। ਫਿਰ ਉਹਦੀ ਪਰਵਾਹ ਕਰਨ ਨਹੀਂ ਹੈ ਜਿੰਨੇ ਉਹ ਸਭ ਕਾਰਜ ਸੈਕੰਡਰੀ ਨੇ। ਤੇ ਫਿਰ ਉਸ ਕਾਰਜ ਲਈ ਸਤਿਗੁਰੂ ਇਹ ਕਿਰਪਾ ਕਰਦੇ, ਸੰਤਾਂ ਕੇ ਕਾਰਜ ਆਪ ਖਲੋਇਆ। ਗੁਰੂ ਸਾਹਿਬ ਵਾਅਦਾ ਵੀ ਕਰਦੇ ਆ, ਕਹਿੰਦੇ ਜੇ ਤੂੰ ਇਹ ਕਾਰਜ ਕਰ ਲਿਆ ਤੇ ਬਾਕੀ ਕਾਰਜ ਵਾਸਤੇ ਮੈਂ ਹਾਜ਼ਰ ਨਾਜ਼ਰ ਹੋਊਂਗਾ। ਫਿਰ ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕਾਰਜ ਸ੍ਰੇਸ਼ਟ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਭਾਵ ਸਤਿਗੁਰ ਹੀ ਕਾਰਜ ਪੂਰਨ ਕਰਾਉਣਗੇ ਜੀ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਬੰਦਾ ਫਿਰ ਝੁਰਦਾ ਨਹੀਂ ਹੈ। ਹਾਈ ਕੀ ਬਣੇਗਾ, ਹਾਈ ਕੀ ਹੋਏਗਾ, ਉਹਨੂੰ ਪਤਾ ਜੋ ਹੋਏਗਾ ਪ੍ਰਭੂ ਦੇ ਭਾਣੇ ਵਿੱਚ ਹੋਏਗਾ। ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚਾ ਜੇਕਰ ਸਖੀ ਹੈ। ਆਪਣਾ ਕੀਤਾ ਕਿਛੂ ਨਾ ਹੋਵੈ, ਜੋ ਹਰ ਭਾਵੈ ਤਿਉਂ ਰੱਖੀ ਹੈ। ਉਹਨੂੰ ਫਿਰ ਝੁਰੀਏ। ਇਹ ਝੁਰਨਾ ਕਿਉਂ ਹੈ? ਜਦ ਸਮਾਂ ਬਤੀਤ ਹੋ ਗਿਆ। ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਪਿਆ ਬਹੁਰ ਪਛਤਾਨੀ। ਉਹਨੂੰ ਹੀ ਝੁਰਨਾ ਪਏਗਾ ਜਿਹਨੂੰ ਪਛਤਾਵਾ ਹੈ। ਪਰ ਜਿਹਨੇ ਆਪਣਾ ਸਮਾਂ ਸਾਂਭ ਲਿਆ, ਜਿਹਨੇ ਸਾਂਭ ਲਿਆ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ, ਫਿਰ ਫਰੀਦ ਸਾਹਿਬ ਕਹਿੰਦੇ ਫਿਰ ਉਹ ਬਾਰ-ਬਾਰ ਝੁਰੇਗਾ ਨਹੀਂ। ਜਿਹਨੂੰ ਇਹ ਬਹੁਤ ਕੀਮਤੀ ਬਚਨ ਦੇ ਵਿੱਚ ਫਰੀਦ ਸਾਹਿਬ ਕਹਿੰਦੇ ਹੈ, ਤਪ ਤਪ ਲੋਏ ਲੋਏ ਹਾਥ ਮਰੋਰੂ। ਆਹ ਹਾਥ ਮਰੋਰੂ ਇਹ ਝੁਰਨਾ ਹੈ। ਕਿਉਂ? ਕਿਉਂਕਿ ਹੁਣ ਸਮਾਂ ਬੀਤ ਗਿਆ ਕਿ ਹੁਣ ਕੀ ਕਰੀਏ। ਨਹੀਂ, ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸ਼ੋ ਲੋਰੂ। ਤੈਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗੁਣ ਸ਼ਹਿ ਨਾਹੀ ਦੋਸ। ਇੱਕ ਕੰਮ ਕਰ, ਜੇ ਤੂੰ ਝੁਰਨ ਤੋਂ ਬਚਣਾ ਚਾਹੁੰਦੀ ਹੈ, ਪਹਿਲਾਂ ਤੂੰ ਪ੍ਰਭੂ ਦਾ ਸਿਮਰਨ ਕਰ, ਅਤੇ ਦੂਸਰਾ ਪ੍ਰਭੂ ਦੇ ਉੱਤੇ ਉਲਾਮੇ ਲਾਣੇ ਛੱਡ ਦੇ ਕਿ ਪ੍ਰਭੂ ਤੂੰ ਇਹ ਨਹੀਂ ਕੀਤਾ, ਪਰਮ ਪੁਰਖ ਪਰਮੇਸ਼ਵਰਾ ਤੂੰ ਮੈਨੂੰ ਇਹ ਨਹੀਂ ਦਿੱਤਾ। ਉਲਾਮੇ ਛੱਡ ਦੇ। ਤੂੰ ਕਹਿ ਸਾਰਾ ਕਸੂਰ ਮੇਰਾ ਸੀ, ਤੁਹਾਡਾ ਕੋਈ ਕਸੂਰ ਨਹੀਂ ਸੀ। ਮੁਝ ਅਵਗੁਣ ਸ਼ੈ ਨਾਹੀ ਦੋਸ਼, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਮੇਰਾ ਅਵਗੁਣ ਇਹ ਸੀ ਕਿ ਮੈਂ ਪ੍ਰਭੂ ਤੁਹਾਡੀ ਸਾਰ ਨਹੀਂ ਜਾਣ ਸਕੀ। ਜੋਬਨ ਖੋਏ ਪਾਛੇ ਪਛਤਾਨੀ। ਹੁਣ ਜਦ ਸਮਾਂ ਨਿਕਲ ਗਿਆ ਤੇ ਮੈਂ ਹੁਣ ਪਛਤਾ ਰਹੀ ਹਾਂ। ਪਰ ਸਤਿਗੁਰੂ ਜੀ ਕਹਿੰਦੇ ਹੈ ਕਿ ਜਿਹੜਾ ਸਿਮਰਨ ਕਰਦਾ ਫਿਰ ਉਹ ਝੂਰਦਾ ਨਹੀਂ ਹੈ, ਉਹ ਡਰਦਾ ਨਹੀਂ ਹੈ, ਉਹ ਘਬਰਾਉਂਦਾ ਨਹੀਂ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਇਹ ਬਾਣੀ ਲਫ਼ਜ਼ ਹੈ। ਬਾਣੀ ਦਾ ਮਤਲਬ ਬਾਣੀ। ਬਾਣੀ ਦਾ ਮਤਲਬ ਗੁਰੂ ਦਾ ਜਸ, ਜਿਹਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਇਹਦਾ ਮਤਲਬ ਇਹ ਸਮਝ ਆ ਗਿਆ
कि साईं का जिहड़ा भजन है, जिहड़ी बंदगी है, वो हर जस उचरना ही है। जे तुसी बाणी कंठ करके जप रहे हो ना, जे बाणी का शब्द पढ़ रहे हो, ध्यान विच पढ़ रहे हो, आनंद विच पढ़ रहे हो, फिर उही सिमरन है। गुरु अर्जन साहब जी कहते इस सिमरन के बहुत बेअंत रूप ने इस बाणी 'च। प्रभ कै सिमरन हर गुण बाणी, वो प्रभु का जस ही उचारण करता है, प्रभु की बाणी ही उचारण करता है। अगे साहिब जी कहते जिहड़ा उचारण करता है, प्रभ कै सिमरन सहज समानी। हुण सहज जिहड़ी अवस्था है ना, बहुत असीम ते डूंगी अवस्था है। ये बहुत अमीर अवस्था है, अमीक है, जिहदी गहराई नूं मापिया नहीं जा सकता। सहज का कोई पैरामीटर नहीं है। सहज ऐसी अवस्था है जिहड़ी बंदगी इबादत की अवस्था दे नाल होर डूंगी होंदी जाती है। अज इन्नी है तो कल किन्नी होएगी। उस अवस्था दे विच जाके भाई गुरदास जी का वो कवित ही याद रहिंदा, अद्भुत परमत बुद्ध बिस्मय बिस्म आश्चर्य आश्चर्य है। पर जिंदगी का सहज रूप हो जाना, क्योंकि सहज दे विच एक बहुत आनंद है। सहज दे विच सहज उस ही जिंदगी सहज हो सकती है जिस जिंदगी दे विच प्रभु की कृपा दे नाल ये पता लग गया कि जित कीता पाईया अपना, सा घाल बुरी क्यों घाली है। मंदा मूल ना कीचे दे लम्मी नज़र निहाली है। बेअंत साखियां ने जिहड़ी मन के अंदर सहज पैदा करदियां ने, पर संतोख तो बिना सहज भी नहीं पैदा हो सकता। सहज पैदा करना की है कि बंदा कहता मैं क्यों दौड़दा, मैं क्यों काहदी इन्नी दौड़ लाई है, मैं किस रूप दे विच मैं पाप कर रहा, किस रूप दे विच मैं ठगी कमा रहा। ये दौड़ काहदी है, क्योंकि इस दौड़ दे विचों निकलना कुछ नहीं है। हक पराया नानका उस सूअर उस गाए, गुरपीर हामा तां भरै, जा मुरदार ना खाए। जे मेरा बाबा कहंदा है कि रब की दरगाह दे विच रब ने तेरी हामी नहीं भरनी, जे तू हक पराया मार के आया तो फिर मेरे अंदर सहज क्यों नहीं पैदा होएगा। मैं क्यों नहीं एक कदम पिछे हटांगा बुरी अलामत तो। जे गुरु बाबा ये कहंदा है कि भाई जित पीता मत दूर होए, बरल पवै विच आए, अपना पराया ना पछाणनी खस। सहज का जिहड़ा भाई, ये तो PhD का टॉपिक है, मैं सिर्फ इशारा कर रहा। सहज इन्ना विशाल है। सहज मीन द इक्विपॉइस ऑफ माइंड, वो अवस्था मन की जिस अवस्था दे विच मन कदी डोले ही ना। नेह निंदिया नेह उस्तत जाकै, लोभ मोह अभिमाना। कहते निंदा भी माड़ी नहीं लगती तो उस्तत भी चंगी नहीं लगती। आ सहज की अवस्था है, पर अजे तक पहुँचे नहीं असी। मैं अपने ते गल करदा कि अजे तक पहुँचे नहीं, पर यह बड़ी डूंगी अवस्था है कि नेह निंदिया नेह उस्तत जाके, लोभ मोह उपमाना, हरक सोग ते रह न्यारो, नाहे मान अपमाना। ये देखो दो लफ्ज़ कि हरक सोग दुख ते सुख ते हट गया, मान ते अपमान भी नहीं, बेइज्जती भी नहीं। कमाल है। गुरु अर्जुन साहब महाराज जी के उत्ते पृथ्वी चंद की वोटी ने कूड़ा सुट दिता सी। इतिहास है, गुरु इतिहास। पर गुरु साहब ने कोई मंदा चंगा नहीं आख्या, सिखां ने इतराज़ भी किया, पर गुरु साहब ने कहा जिस सहज की असी गल कर रहे हैं वो सहज कमाना भी जरूरी है। ना ही मान अपमाना, जे गुरु तेग बहादुर साहब कहते हैं सहज नूं बड़े रूप दे विच विचारिया जा सकता है। भाओ तेरा भांग खलड़ी मेरा चीत, मैं दीवाना भया अतीत, कर कासा दर्शन की भूख, मैं दर मांगो नीता नीत। ये वाली अवस्था है कि जो दीसै गुर सिखड़ा, तिस निव निव लागों पाए जियो। ये सत्कार की अवस्था है। निवन सो अखर खमन गुण, जिहवा मणियां मंत, जुबान तो मिठा बोलन वाली, ये सहज की अवस्था है। ये है ये आनड़िए मानड़ा काय करे, मान कादा करी फिरदी है, आपनड़ै घर हर रंगो की ना माणे। तू अपने हिरदे विच प्रभु का रंग नहीं माणिया। शाह नेड़ै धन कमलिए, बाहर क्या ढूंढे हैं, पैकियां दे सलाइयां नैणी, भावका कर शिंगारो, तां सुहागण जानिया लागी, जहाँ शाह धरे प्यारो। भाऊ तेरे अंदर वसिया कि नहीं वसिया। अखां दे अंदर एक बारी सुरमा पाता जे कढ़िया नहीं जा सकता। गुरु के सिख दे अंदर गुरु लई भौ आ जाए ना, फिर वो कढ़ नहीं सकता कोई, वो सदा ही रहे। सहज नूं असी जिन्ना मर्जी विचारी जाइए, सहज ऐसी चाल है, पर यह है कहबे को शोभा नहीं देखा ही प्रवान। भावें यदि 5 घंटे विचार कर लिए, पर जिन्ना चिर तक सहज कमाया ना जाए उन्ना चिर तक सहज माणिया नहीं जा सकता। कल्ली विचार का ये विषा नहीं है, ये कमाउण का विषा है। और इनू कमाउण वास्ते सिमरन वाले रस्ते ते तुरना पैंदा है। इनू कमाउण वास्ते इस मार्ग ते तुरना पैंदा है। प्रभ कै सिमरन सहज समानी, मन सहज की अवस्था च आउंदा है।
प्रभ कै सिमरन निहचल आसन। निहचल, चल दा मतलब हिलन वाला, निहचल दा मतलब कदी नहीं हिलदा। किहड़ा आसन है? ये आसन है जिस आसन दे विच मन खुशी की खबर सुन के बहुतियां लुडियां ना पाए, मन दुख की खबर सुन के बहुता निराश ते उदास ना हो जाए। ये भी गुरु अर्जन साहब महाराज जी दे घर की शोभा है। जे गुरु साहब घर दे विच ने, हर तरह की खुशी है। प्रभ हरमंदर सोहना, ये हरमंदर साहब की बख्शिशां ने संगतां दी दा ठाठा बागा है। उत्थे भी सतगुर सहज निहचल आसन दे विच है। ते सतगुर जी जहांगीर लाहौर की कोटवाली दे विच बैठे हुए तत्ती तवी ते बैण लगे है, तां भी सतगुर जी कह रहे गुर मेरा संग सदा है नाले, सिमर सिमर ते सदा संभाले, तेरा किया मीठा लागै, हर नाम पदारथ नानक मांगै। जिथे सब कुछ मंगते हैं निहचल आसन भी मंगीए कि मन थिर हो जाए। तो सतगुरु जी गुरु अर्जन साहब ते रहाऊ की तुक च कह के गए है कि सुखमनी हई भगत जना कै मन विश्राम। तो वाकई ये प्रभु का सिमरन मन का आसन निहचल करता है। वो आसन है जे कोई निंदा कर जाए मन डोले ना बिल्कुल भी। जे कोई उस्तत कर दे तो मन लुडिया ना पाए। इनू ही क्या हर जन राम नाम गुण गावै। प्रभु का प्यारा हरिजन है जिहड़ा वो प्रभु का नाम ही गाएगा, जपेगा, उही जपेगा, वह उही कारज है, उन्होंने उहदे विच ही खुशी है। हर जन राम नाम गुण गावै, जे को निंद करे हर जन की, अपना गुण ना गवावै। वो अपने गुण नूं नहीं गवाउंदा जिहड़ा गुण उहदे गुरु वल्लों उहनूं मिलिआ निहचल आसन दा। उहदा जिहड़ा मन है एक रूप टिका दे विच टिकिया रह जांदा है। प्रभ कै सिमरन कमल विगासन। हुण एक कमल है अंदर दी बख्शिश, अंदर दे ज्ञान का प्रगट होना। सतगुरु जी कहते ये अवस्था कित्थों प्रगट होंदी है? इनू देखो अगे असी सुखमनी साहब का ही मैं उदाहरण देवां। आप जपाए जपै सो नाओ, आप गवाए सो हर गुण गाओ, प्रभ कृपा ते होए प्रगास, प्रभु दया ते कमल विगास, प्रभ सुप्रसन्न बसै मन सोए, प्रभ दया ते मत उत्तम होए। हुण उत्थे जिहड़ा कमल विगास है ना कि प्रभु दया ते कमल विगास, ये कमल है ज्ञान का कमल। एक किहो जा कमल है? जैसे जल में कमल निरालम, मुरगाई ने साणे, शब्द सुरत भव सागर तरीए, नानक नाम वखाण है। गुरु साहब कहते ज्ञान रूपी कमल खिड़ पैंदा अंदर, पर कमल का फुल खिड़दा कित्थे है? चिक्कड़ विच। चिक्कड़ विच खिल के भी निर्लेप होंदा है। गुरु के सिख तू माया विच रहिंदियां भी, गृहस्थ विच रहिंदियां भी तू कमल की तरह निर्लेप हो जाएगा। ये प्रभु का सिमरन देगा, तेरे अंदर ज्ञान का कमल खिड़ पेगा। अगे साहिब जी कहते प्रभ कै सिमरन अनहद चुनकार। इनू प्रोफैसर साहब सिंह बेकुंठी कीर्तन कहते हैं, इनू परम अवस्था कहते हैं कि प्रभु के सिमरन विचों अनहद चुनकार भाव कि अनहद शब्द के वाजे वजने शुरू हो जाते हैं। अंदरों चिड़ी चौहकी बहु फुटी वगन बहु तरंग, अंदर दे पंच शब्द तित घर सुभागै, घर सुभागै शब्द वाजे कला जित करता रहा। कहते उहदे अंदर प्रभु के अनहद वाजे वजने शुरू होंदे है, जिहड़ा प्रभु के सिमरन विच जुड़दा है। इनू क्या प्रभ कै सिमरन अनहद चुनकार। अगे कहते सुख प्रभ सिमरन का अंत ना पार। इन्नियां सारियां बख्शिशां तो बाद भी गुरु अर्जन साहब जी कहते मैं किहड़ी गल दसां, किहड़ी अवस्था नूं बयान करां कि उस प्रभु का जिहड़ा चिंतन है, मन दे अंदर शांति, इन्नी शांति पैदा हो जाती है जिहदा मैं पारावार दस ही नहीं सकदा। कोई पूछे प्रभु जी मन किन्ना क शांत हुंदा है, तो गुरु अर्जन साहब जी कहते सुख प्रभ सिमरन का। प्रभु के सिमरन का सुख इन्ना है, कहते उस सुख का अंत ना पार। उस सुख नूं दुनिया के किसी भी पैरामीटर के नाल तोलिया नहीं जा सकता, वो बेअंत है। सिमरह से जन जिनको प्रभ मया, माया ते मया ये दो लफ्ज़ ने गुरु ग्रंथ साहब जी की बाणी दे विच आए ने। माया लफ्ज़ जिहड़ा वरतिया है वो बाहर दी माया लई वरतिया, वो बाहर दे पसारे लई वरतिया है, वो लक्ष्मी लई भी वरतिया है। पर जिहड़ा मया लफ्ज़ है, मया का भाव है जी कृपा, मया का भाव है बख्शिश। इत्थे लिखिया मया सिमरह से जन जिनको प्रभ मया,
ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋਏਗੀ ਉਹੀ ਸਿਰਫ ਸਿਮਰਨ ਕਰ ਸਕੇਗਾ, ਉਹੀ ਬੰਦਗੀ ਇਬਾਦਤ ਕਰ ਸਕੇਗਾ। ਬਾਕੀ ਸਾਡੇ ਵਰਗੇ ਗੱਲਾਂ ਮਾਰਨ ਵਾਲੇ ਬਹੁਤ ਨੇ, ਪਰ ਜਿਸ 'ਤੇ ਪ੍ਰਭੂ ਕਿਰਪਾ ਕਰਨਗੇ ਉਹ ਚੁੱਪ ਰੂਪ ਦੇ ਵਿੱਚ ਕਿ ਜਿਨ੍ਹਾਂ ਦਾ ਅੰਦਰ ਸਬਰ ਹੋ ਗਿਆ ਸਿਮਰਨ ਦੇ ਵਿੱਚ ਟਿਕ ਗਿਆ ਕਿ ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਫਿਰ ਉਹ ਚੁੱਪ ਰੂਪ ਦੇ ਵਿੱਚ ਸਿਮਰਨ ਕਰਦੇ ਨੇ। ਇਹਨੂੰ ਕਿਹਾ ਨਾਨਕ ਤਿੰਨ ਜਨ ਸ਼ਰਣੀ ਪਿਆ। ਇਹੋ ਜਿਹੇ ਪੁਰਖ ਹੀ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ ਉਹ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ। ਉਹ ਗੁਰੂ ਦੀ ਸ਼ਰਨ 'ਚ ਆ ਕੇ ਇਹੀ ਅਰਦਾਸ ਕਰਦੇ ਹੈ, ਤਉ ਮੈਂ ਆਇਆ ਸ਼ਰਣੀ ਆਇਆ ਭਰੋਸਾ ਆਇਆ, ਕਿ ਮੈਂ ਤੁਹਾਡੀ ਕਿਰਪਾ ਦੇ ਕਰਕੇ ਆਇਆ। ਤਉ ਮੈਂ ਆਇਆ ਸ਼ਰਣੀ ਆਇਆ ਕਿਰਪਾ ਆਇਆ ਭਰੋਸਾ ਆਇਆ, ਕਿ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਇੱਕ ਭਰੋਸੇ ਕਰਕੇ ਆਇਆ, ਇੱਕ ਤੁਹਾਡੀ ਬਖਸ਼ਿਸ਼ ਕਰਕੇ ਆਇਆ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ। ਹੁਣ ਮਾਇਆ ਲਫ਼ਜ਼ ਜਿਹੜਾ ਹੈ ਮਾਂ ਲਈ ਵੀ ਆਇਆ, ਮਾਇਆ ਬਾਰ ਦੇ ਪ੍ਰਕੋਪ ਮਾਇਆ ਲਈ ਵੀ ਆਇਆ ਤ੍ਰੈਗੁਣਾ ਲਈ, ਅਤੇ ਮਾਇਆ ਲਫ਼ਜ਼ ਕਿਰਪਾ ਲਈ ਵੀ ਆਇਆ। ਨਾਨਕ ਤਿੰਜਨ ਸ਼ਰਣੀ ਪਿਆ। 8ਵੇਂ ਪਦੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਭਾਵਾਂ ਕਿ ਇਹ ਜਿਹੜੀ ਵਿਚਾਰ ਹੈ ਇਹ ਤਕਰੀਬਨ 1.5 ਘੰਟੇ ਦੀ ਵਿਚਾਰ ਹੈ ਇਹ ਸਾਰੇ ਪਦੇ ਦੀ, ਅਤੇ ਇਸ ਕਰਕੇ ਮੈਂ ਅੱਜ ਦਾ ਸਮਾਂ ਇੱਥੇ ਸੰਕੋਚਦਾ, ਕਿਉਂਕਿ ਇਹ ਬੜੀ ਕੀਮਤੀ ਵਿਚਾਰ ਹੈ ਕਿ ਸਿਮਰਨ ਦੀ ਅਵਸਥਾ ਤੋਂ ਕੀ ਮਿਲਦਾ। ਅਗਲੇ ਪਦੇ ਦਾ ਇੱਕ ਅੱਖਰ ਵਿਚਾਰਨ ਵਾਲਾ ਹੈ, ਕਿਸ ਤਰ੍ਹਾਂ ਦੇ ਭਗਤ ਪ੍ਰਗਟ ਹੁੰਦੇ ਹੈ, ਕਿਸ ਤਰ੍ਹਾਂ ਦੇ ਵੇਦ ਉਪਾਏ ਭਾਵ ਕਿਹੜਾ ਗਿਆਨ ਪ੍ਰਗਟ ਹੁੰਦਾ, ਕਿਵੇਂ ਸਿੱਧ ਕੋਈ ਬਣਦਾ ਹੈ, ਕਿਵੇਂ ਜਤੀ ਕੋਈ ਬਣਦਾ ਹੈ, ਕਿਵੇਂ ਕੋਈ ਦਾਤਾ ਬਣਦਾ ਹੈ, ਕਿਵੇਂ ਕੋਈ ਨੀਚ ਤੋਂ ਚੌਹਕੁੰਠ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਕਿਵੇਂ ਇਹ ਸਿਮਰਨ ਸਾਰੇ ਰੂਪ ਦੇ ਵਿੱਚ ਆਪਣੇ ਆਪ ਨੂੰ ਧਾਰੀ ਬੈਠਾ ਹੈ, ਕਿਸ ਤਰ੍ਹਾਂ ਪ੍ਰਭੂ ਦਾ ਜਿਹੜਾ ਭਗਤ ਹੈ ਸਿਮਰਨ ਕਰ ਕਰਕੇ ਸਾਰੇ ਕਾਰਜ ਸਿੱਧ ਕਰ ਰਿਹਾ। ਇਹ ਕਿਸ ਤਰ੍ਹਾਂ ਪ੍ਰਭੂ ਦੇ ਭਗਤ ਨੂੰ ਸਿਮਰਨ ਦਾ ਹੀ ਸਾਰਾ ਆਕਾਰ ਦਿਸਦਾ ਹੈ ਅਤੇ ਸਿਮਰਨ ਦਾ ਆਪ ਹੀ ਰੂਪ ਨਿਰੰਕਾਰ ਦਿਸਦਾ ਹੈ।